ਸਤਿ ਸ਼੍ਰੀ ਅਕਾਲ ਜੀ, मैं हाँ संदेश औलख शर्मा। जगबानी टीवी ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਹਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪੰਜਾਬ ਵਿੱਚ ਸਿਆਸੀ ਧਮਾਕਾ, ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਹੋਏ ਸ਼ਾਮਿਲ। ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਖੇਡ ਸ਼ੁਰੂ, ਚੰਡੀਗੜ੍ਹ ਵਿੱਚ ਖੋਲਿਆ ਪਾਰਟੀ ਆਫਿਸ। ਕੱਲ ਦਿੱਲੀ ਵਿੱਚ ਨੱਡਾ ਨਾਲ ਕਰਨ की मुलाकात। ਅਤੇ ਵੇਰਕਾ ਬੂਥ ਵਿੱਚ ਹੋਈ ਚੋਰੀ, ਤਾਲਾ ਤੋੜ ਕੇ 10,000 ਦੀ ਨਕਦੀ ਦੇ ਕੀਤਾ ਹਾਦਸਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਉਹ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। ਬਹੁਤ ਹੀ ਵੱਡਾ ਕ੍ਰਾਂਤੀਕਾਰੀ ਦਿਨ ਹੈ ਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਉੱਠਿਆ, ਬਹੁਤ ਹੀ ਬੜਾ ਕਲਾਕਾਰ ਬਣਿਆ। ਆਪਣੇ ਬਲਬੂਤੇ ਤੇ, ਆਪਣੀ ਲਿਆਕਤ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਜਿਹਨੇ ਪੰਜਾਬ ਦੇ ਨਹੀਂ ਬਲਕਿ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦਾ ਤੇ ਦੂਸਰੇ ਲੋਕਾਂ ਦਾ ਵੀ ਦਿਲ ਜਿੱਤਿਆ। ਜਿਹਦੇ ਇੱਕ ਗੀਤ ਤੇ ਇੱਕ ਬੋਲ ਤੇ ਨੌਜਵਾਨ ਝੂਮ ਉੱਠਦੇ ਹੈ। ਸਾਡਾ ਜਦੋਂ ਮੈਂ ਪਿੰਡ 'ਚ ਰਹਿੰਦਾ ਸੀ ਤਾਂ ਜਦੋਂ ਗਿੱਧਾ ਪੈਣਾ ਕਿਸੇ ਵਿਆਹ ਦੇ ਵਿੱਚ ਜਾਂ ਪ੍ਰੋਗਰਾਮ ਦੇ ਵਿੱਚ, ਬੀਬੀਆਂ ਇੱਕ ਗੀਤ ਗਾਉਂਦੀਆਂ ਸੀ, ਨਹੀਂ ਬਬੀਹਾ ਬੋਲੇ। ਉਹ ਫਿਰ ਇਹਨਾਂ ਨੇ ਗੀਤ ਜਦੋਂ ਗਾਇਆ ਤਾਂ ਦੁਨੀਆ ਉਹਦੇ ਤੇ ਝੂਮ ਗਈ, ਬੋਲੇ ਨਹੀਂ ਬਬੀਹਾ ਬੋਲੇ। ਤਾਂ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਬੀਹਾ ਬੋਲੇਗਾ। ਬਹੁਤ ਹੀ ਸਾਨੂੰ ਖੁਸ਼ੀ ਹੈ ਕਿ ਇੱਕ ਉਹ ਨੌਜਵਾਨ ਜਿਹੜਾ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ ਤੇ ਉਹਨਾਂ ਨੂੰ ਉਜਾਗਰ ਕਰਦਾ ਹੈ, ਤੇ ਜਿਹਦੀ ਬੋਲ ਤੇ ਪੰਜਾਬ ਦਾ ਨੌਜਵਾਨ ਯੂਥ ਖੜਾ ਹੋ ਜਾਂਦਾ ਹੈ ਤੇ ਇੱਕ ਸੇਧ ਲੈਂਦਾ ਹੈ, ਉਹ ਨੌਜਵਾਨ ਅੱਜ ਕਾਂਗਰਸ ਵਿੱਚ ਜੁਆਇਨ ਹੋ ਰਿਹਾ ਹੈ। ਬਹੁਤ ਹੀ ਸਧਾਰਨ ਪਰਿਵਾਰ ਹੈ, ਆਮ ਕਿਸਾਨ ਦਾ ਨੌਜਵਾਨ ਮੁੰਡਾ ਹੈ ਤੇ ਪਿਤਾ ਫੌਜੀ ਰਿਹਾ ਹੈ ਤੇ ਫੌਜ ਕਹਿੰਦੇ ਵੀ ਫੌਜੀ ਰੱਬ ਦਾ ਹੈ, ਦੂਜਾ ਨਾਂ ਲੱਗੇ ਮੇਰੇ ਵੀਰ ਵਰਗਾ। ਫੌਜ ਵਿੱਚ ਜਿਹੜਾ ਬੰਦਾ ਜਾਂਦਾ ਹੈ ਉਹ ਆਪਣੀ ਜਾਨ ਤਲੀ ਤੇ ਰੱਖ ਕੇ ਜਾਂਦਾ ਹੈ, ਔਰ ਇਮਾਨਦਾਰੀ ਉਹਦੇ ਜ਼ਿਹਨ ਵਿੱਚ ਹੁੰਦੀ ਹੈ ਕਿ ਮੈਂ ਇਮਾਨਦਾਰ ਰਹਿ ਕੇ ਦੇਸ਼ ਦੀ ਸੇਵਾ ਕਰਨੀ। ਉਸ ਕਿਸਾਨ ਦਾ ਮੁੰਡਾ ਜਿਹਨੇ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ, ਅੱਜ ਕਾਂਗਰਸ ਦਾ ਮਾਣ ਵਧਾਉਣ ਆ ਰਿਹਾ ਹੈ। ਇਹ ਮੂਸੇਵਾਲੇ ਦਾ ਨਹੀਂ, ਸਾਡਾ ਸਾਰਿਆਂ ਦਾ ਤੇ ਕਾਂਗਰਸ ਪਾਰਟੀ ਦਾ ਮਾਣ ਵੱਧ ਰਿਹਾ ਹੈ। ਮੈਂ ਇਸ ਹੋਣਹਾਰ ਨੌਜਵਾਨ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਕਹਿੰਦਾ, ਸਰਕਾਰ ਵੱਲੋਂ ਜੀ ਆਇਆਂ ਕਹਿੰਦਾ, ਤੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਕ੍ਰਾਂਤੀ ਪੰਜਾਬ 'ਚ ਲੈ ਕੇ ਆਣਗੇ, ਇੱਕ ਨਵਾਂ ਪੰਜਾਬ ਸਿਰਜਣਗੇ, ਜਿਹਦੇ ਨਾਲ ਪੰਜਾਬ ਜਿੱਤੇਗਾ ਤੇ ਪੰਜਾਬ ਦੇ ਲੋਕ ਜਿੱਤਣਗੇ। ਮੈਂ ਸਾਰਿਆਂ ਦਾ ਇਸ ਵੱਲੋਂ ਸਵਾਗਤ ਕਰਦਾ ਹੋਇਆ ਖਾਸ ਤੌਰ ਤੇ ਸਿੱਧੂ ਮੂਸੇਵਾਲਿਆਂ ਜੀ ਦੇ ਪਰਿਵਾਰ ਦਾ ਤੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ, ਇਹਨਾਂ ਦੇ ਮਾਤਾ ਪਿਤਾ ਨੂੰ ਤੇ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਉਵੇਂ ਹੀ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਹੋਰ ਜ਼ਿਆਦਾ ਤੇਜ਼ ਹੁੰਦੀ ਜਾ ਰਹੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਸਿਆਸੀ ਖੇਲ ਹੈ ਜੋ ਖੇਲਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਨਵੀਂ ਬਣੀ ਪਾਰਟੀ ਦਾ ਦਫ਼ਤਰ ਵੀ ਖੋਲ੍ਹਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਕੱਲ੍ਹ ਉਹਨਾਂ ਨੇ ਨੱਡਾ ਦੇ ਨਾਲ ਮੀਟਿੰਗ ਕੀਤੀ। ਉਧਰ ਚੰਡੀਗੜ੍ਹ ਦੇ ਵਿੱਚ ਵੇਰਕਾ ਬੂਥ ਤੇ ਚੋਰੀ ਹੋਈ, ਤਾਲਾ ਤੋੜ ਕੇ ਚੋਰ ਵੇਰਕਾ ਬੂਥ ਦੇ ਵਿੱਚ ਦਾਖਲ ਹੋ ਗਏ ਤੇ ਜੋ ਉੱਥੇ ਨਕਦੀ ਪਈ ਹੋਈ ਸੀ ਉਸ ਤੇ ਹੱਥ ਸਾਫ਼ ਕਰ ਲਿਆ, ਨਾਲੋਂ ਨਾਲ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਉਸੇ ਦੇ ਆਧਾਰ ਤੇ ਚੋਰਾਂ ਦੀ ਭਾਲ ਵਿੱਚ ਜੁਟੀ ਹੋਈ ਹੈ।
21 ਨਵੰਬਰ ਨੂੰ ਨਇਆਗਾਉਂ ਦੇ ਵਿੱਚ ਚੋਰੀ ਹੋਈ ਸੀ। ਬੁਲਟ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਤੇ ਹੁਣ ਤਾਂ ਦੱਸਦੀ ਕਿ ਚੋਰੀ ਦੀ ਮੋਟਰਸਾਈਕਲ ਹੈ ਜੋ ਉਹ ਬਾਪੂ ਧਾਮ ਤੋਂ ਬਰਾਮਦ ਕਰ ਲਈ ਗਈ ਹੈ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੋਹਾਲੀ ਦੇ ਨਇਆਗਾਉਂ ਖੇਤਰ ਤੋਂ 21 ਨਵੰਬਰ ਨੂੰ ਘਰ ਦੇ ਬਾਹਰ ਖੜੀ ਬੁਲਟ ਮੋਟਰਸਾਈਕਲ ਚੋਰੀ ਹੋ ਗਈ ਸੀ, ਜਿਸ ਤੋਂ ਬਾਅਦ ਨਇਆਗਾਉਂ ਦੇ ਨਿਵਾਸੀ ਵਿਜੇ ਕੁਮਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਚੋਰੀ ਹੋਈ ਇਹ ਬੁਲਟ ਮੋਟਰਸਾਈਕਲ 3 ਦਸੰਬਰ ਨੂੰ ਸੈਕਟਰ 26 ਦੇ ਥਾਣਾ ਖੇਤਰ ਦੇ ਵਿੱਚ ਲੱਗਣ ਵਾਲੇ ਬਾਪੂ ਧਾਮ ਦੇ ਕੋਲੋਂ ਬਰਾਮਦ ਹੋਈ ਹੈ ਤੇ ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਇਹ ਬੁਲਟ ਮੋਟਰਸਾਈਕਲ ਇੱਕ ਚਾਹ ਵਾਲੇ ਦੇ ਕੋਲ ਖੜੀ ਪਾਈ ਗਈ, ਜਿਸ ਦੀ ਚਾਬੀ ਵੀ ਉਸ ਦੇ ਕੋਲ ਸੀ ਤੇ ਇਹ ਬਾਈਕ ਟਰਾਂਸਪੋਰਟ ਦੇ ਜ਼ਰੀਏ ਅਮੇਠੀ ਭੇਜੀ ਜਾ ਰਹੀ ਸੀ। ਜਿਸ ਦੇ ਬਾਅਦ ਇਸ ਦੀ ਜਾਣਕਾਰੀ ਸ਼ਿਕਾਇਤਕਰਤਾ ਵਿਜੇ ਕੁਮਾਰ ਨੂੰ ਲੱਗੀ ਤੇ ਉਹ ਮੌਕੇ ਤੇ ਪਹੁੰਚਿਆ ਅਤੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ ਗਈ। सर मेरी बाइक है बोल्ट जो 21 तारीख को नवंबर 2021 को मेरे घर के गेट के बाहर से चोरी हो गई थी। आज 3 दिसंबर को मेरे गली में एक लड़का है जो जिसने यहाँ पे 26 में बाइक को देखा। उसने मेरे को सुबह इन्फॉर्म करा 7 बजे के करीब। तो 7 बजे ही मैं सीधा अपने घर से बाइक को देखने आया। मैंने पहचान ली कि भाई ये मेरी ही बाइक है, वही नंबर था और यहाँ पर चौकी के सामने 26 के सामने बिल्कुल चाय वाले के पास खड़ी थी मेरी बाइक। मैंने वहाँ पूछताछ करी तो मुझे पता लगा कि ये बाइक अमेठी जा रही है ट्रांसपोर्ट के थ्रू। और उसके बाद मैंने पुलिस वालों को इन्फॉर्म करा यहाँ पे चौकी में और 100 नंबर पे मैंने फ़ोन कर दिया। तो क्या बाइक नंबर था, क्या कौन सी बाइक थी? बाइक मेरी बुलेट है 350 सीसी बुलेट और बाइक का नंबर है PB 70D 1314। जिस तरह से अब ये बाइक चोरी हुई है, आपने पुलिस को भी इतला दे दी है। हाँ जी हाँ जी। तो आप क्या कह रहे हैं कि जिस तरह से वो अमेठी जा रही थी, तो ऐसा कोई नेक्सस है जो इतना बड़ा स्कैंडल कर रहा है? जो बिल्कुल मुझे लगता है इसके पीछे कोई ना कोई नेक्सस है, क्योंकि आए दिन वहाँ पे कोई ना कोई चोरी होती है। 2 महीने पहले की बात है, इस बोल्ट का मतलब तेल निकाल लिया था। और परसों की बात है, हमारे साथ वाले गेट पे ही रात की ही बात है, उसने सुबह देखी अपनी बाइक का उसका हैंडल लॉक टूटा हुआ था, वो भी मतलब चोरी होने वाली थी। मुझे लगता है इसके पीछे कोई गिरोह कोई नेक्सस काम कर रहा है। तो अब आप क्या चाहते हैं, पुलिस से क्या मांग है आपकी? मैं सबसे पहले तो ये चाहता हूँ कि इसका ये पता लगे कि भाई इस काम को किसने कराया, कौन कौन है इसमें, और चोर का पता लगना चाहिए। क्योंकि वहाँ पर हमारे यहाँ पर नया गांव में सारी गाड़ियाँ बाहर खड़ी रहती हैं, किसी के घर में जगह नहीं है। अब बाइक तो हमें हो सकता है मिल जाएगी थोड़े दिन बाद, लेकिन चोर का भी पता लगना चाहिए कि वो कौन है, क्या है, कैसे है, वो पकड़े जाने चाहिए। ਉੱਥੇ ਹੀ ਜਦੋਂ ਬਾਪੂ ਧਾਮ ਦੇ ਵਿੱਚ ਚਾਹ ਬਣਾਉਣ ਵਾਲੇ ਦੇ ਕੋਲੋਂ ਬੁਲਟ ਮੋਟਰਸਾਈਕਲ ਮਿਲੀ ਤਾਂ ਉਸਨੇ ਕੀ ਕਿਹਾ, ਜਰਾ ਉਸ ਨੂੰ ਵੀ ਸੁਣੋ। ये बुलेट की चाबी आपके पास थी? हाँ मेरे पास आई थी। किसने दी थी आपको? नाम मेरे को नहीं पता है। अच्छा, कौन देके गया था? जो देखे गया वो अंदर आया था। अच्छा, अंदर है, तो क्या क्या के गया था वो? उसने इनके साथ कौन फोन किया था। मैं तो उधर से आ रहा था तो वो यहाँ खड़ी किया तो वो बोलने लगा किधर खड़ी करूँ। तो मैं खड़ी रहने दे यार, यहीं पे खड़ी रहने दे, जब तुमने भेजना है कहीं तो। खड़ी किया तो बोला चाबी दे देना। किसको चाबी देना? मक्खन को। अच्छा, तो मक्खन अंदर ही तो है। अच्छा, मक्खन अंदर है। हाँ। तो मक्खन को आपने चाबी दे दी? नहीं, चाबी तो हमने पुलिस वाले को दिया। अच्छा। भाई साहब के सामने। ਨਇਆਗਾਉਂ ਤੋਂ ਚੋਰੀ ਹੋਇਆ ਬੁਲਟ ਮੋਟਰਸਾਈਕਲ ਚੰਡੀਗੜ੍ਹ ਦੀ ਬਾਪੂ ਧਾਮ ਤੋਂ ਬਰਾਮਦ ਹੋਇਆ ਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਆਖਰ ਕਿਸ ਦੇ ਕਹਿਣ ਤੇ ਬੁਲਟ ਮੋਟਰਸਾਈਕਲ ਟਰਾਂਸਪੋਰਟ ਜ਼ਰੀਏ ਅਮੇਠੀ ਭੇਜੀ ਜਾ ਰਹੀ ਸੀ ਤੇ ਕੌਣ-ਕੌਣ ਲੋਕ ਇਸ ਪੂਰੇ ਗਰੋਹ ਦੇ ਵਿੱਚ ਸ਼ਾਮਲ ਨੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਨੇ। ਸੈਕਟਰ 29 ਦੇ ਵਿੱਚ ਘਰ ਦੇ ਬਾਹਰ ਖੜੀ ਬਾਈਕ ਚੋਰੀ ਹੋ ਗਈ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਪੁਲਿਸ ਥਾਣੇ ਪਹੁੰਚਿਆ ਤੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ CCTV ਕੈਮਰਿਆਂ ਦੇ ਆਧਾਰ ਤੇ ਚੋਰ ਦੀ ਭਾਲ ਕਰ ਰਹੀ ਹੈ।
ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਨੋਮੀਨੇਸ਼ਨ ਫਾਰਮ ਭਰਨੇ ਵੀ ਸ਼ੁਰੂ ਹੋ ਚੁੱਕੇ ਨੇ। ਤਾਂ ਦੇਖਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਕਿਹੜੀ ਪਾਰਟੀ ਤੋਂ ਕਿਹੜੇ ਉਮੀਦਵਾਰ ਨੇ ਕਿੱਥੋਂ ਨੋਮੀਨੇਸ਼ਨ ਭਰੇ। ਨਾਮਜ਼ਦਗੀ ਦੀ ਸ਼ਨੀਵਾਰ ਨੂੰ ਆਖਰੀ ਤਾਰੀਖ ਹੈ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਦਾ ਦੌਰ ਜਾਰੀ ਰਿਹਾ ਤੇ ਇਸ ਦੌਰਾਨ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਆਪਸ ਦੇ ਵਿੱਚ ਗਲੇ ਲੱਗਦੇ ਵੀ ਨਜ਼ਰ ਆਏ। ਡੀਸੀ ਆਫਿਸ ਦੇ ਬਾਹਰ ਨਾਮਜ਼ਦਗੀ ਭਰਨ ਦੇ ਲਈ ਆਏ ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਐਚ.ਐਸ. ਲੱਕੀ ਅਤੇ ਭਾਜਪਾ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਭਰਵਾਉਣ ਆਏ ਭਾਜਪਾ ਪ੍ਰਧਾਨ ਅਰੁਣ ਸੂਦ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆਏ ਅਤੇ ਇਸ ਦੇ ਨਾਲ ਹੀ ਉਹ ਇੱਕ ਦੂਸਰੇ ਨੂੰ ਬੈਸਟ ਵਿਸ਼ੇਸ ਵੀ ਦਿੰਦੇ ਨਜ਼ਰ ਆਏ। ਤੇ ਵਾਰਡ ਨੰਬਰ 2 ਤੋਂ ਨਾਮਜ਼ਦਗੀ ਭਰਨ ਤੋਂ ਬਾਅਦ ਹਰਮੋਹਿੰਦਰ ਸਿੰਘ ਲੱਕੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਾਰਡ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਤੇ ਸਫਾਈ ਦੇ ਵਿੱਚ ਉਹਨਾਂ ਦਾ ਵਾਰਡ ਪਿਛੜਿਆ ਹੋਇਆ ਹੈ ਤੇ ਪਿਛਲੀ ਵਾਰ ਵੀ ਕੋਈ ਨਵਾਂ ਪ੍ਰੋਜੈਕਟ ਉਹਨਾਂ ਦੇ ਵਾਰਡ ਦੇ ਵਿੱਚ ਨਹੀਂ ਆਇਆ ਅਤੇ ਮਹਿੰਗਾਈ ਇਸ ਵਾਰ ਸਭ ਤੋਂ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਭਾਜਪਾ ਨੂੰ ਮੂੰਹ ਦਿਖਾਣੀ ਪਏਗੀ। और आज यहाँ नामांकन भरने के लिए आया हूँ अपने साथियों के साथ। भारतीय जनता पार्टी ने जो शहर का बेड़ा गर्क किया है, जो शहर पहले स्थान पे था और सिटी ब्यूटीफुल के नाम से जाना था, अब लोग इसको सिटी ऑफुल कहना शुरू हो गए हैं और पहले रैंक से गिरकर 66वें स्थान पर चंडीगढ़ की रैंकिंग आ गई है। तो अब चंडीगढ़ की कांग्रेस ने एक बीड़ा उठाया है कि चंडीगढ़ की रैंकिंग को दोबारा सुधारना है, एक साफ़ सुथरा स्वच्छ चंडीगढ़ बनाना है जो जवाहरलाल नेहरू जी के सपनों का शहर था, और दोबारा से जो काम रुके हुए हैं विकास के उनको पूरा करने के लिए आज कांग्रेस पार्टी की तरफ से मैं यहाँ पे जो नामांकन भरने आया हूँ। हमारे अन्य उम्मीदवार भी आने वाले दिनों में कल तक नामांकन भर देंगे और मैं उम्मीद करता हूँ कि शहर की जनता जो है वो कांग्रेस पार्टी को वोट देगी और दोबारा से चंडीगढ़ के अंदर एक विकास की बयार शुरू होगी। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਅਤੇ ਉਹਨਾਂ ਦੀ ਪਾਰਟੀ ਦੇ 10 ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਭਰੀਆਂ ਤੇ ਨਾਲ ਹੀ ਕਾਫੀ ਸੰਖਿਆ ਦੇ ਵਿੱਚ ਉਹਨਾਂ ਦੇ ਸਮਰਥਕ ਵੀ ਇਸ ਮੌਕੇ ਮੌਜੂਦ ਰਹੇ ਅਤੇ ਨਾਮਜ਼ਦਗੀ ਭਰਨ ਤੋਂ ਬਾਅਦ ਉਹਨਾਂ ਕਿਹਾ ਹੈ ਕਿ ਅਕਾਲੀ ਦਲ ਇਸ ਵਾਰ ਨਗਰ ਨਿਗਮ ਦੇ ਵਿੱਚ ਜਿੱਤ ਦਰਜ ਕਰੇਗਾ ਤੇ ਇਸ ਵਾਰ ਚੋਣਾਂ ਦੇ ਵਿੱਚ ਉਹਨਾਂ ਦੇ 20 ਉਮੀਦਵਾਰ ਜਿੱਤ ਹਾਸਲ ਕਰਨਗੇ। ਇੱਕ ਤੋਂ ਰਣਦੀਪ ਕੌਰ ਦੇ ਅੱਜ ਅਸੀਂ ਕਾਗਜ਼ ਫਾਈਲ ਕਰਨ ਆਏ ਹਾਂ। ਅਸੀਂ ਲਗਭਗ ਸਾਡੇ 10 ਕੈਂਡੀਡੇਟਾਂ ਨੇ ਅੱਜ ਆਪਣਾ ਕਾਗਜ਼ ਫਾਈਲ ਕਰਦੇ ਹਾਂ। ਜਿਹੜੇ ਰਹਿੰਦੇ ਕੈਂਡੀਡੇਟ ਹੈ ਸਾਡੇ ਉਹ ਕੱਲ ਨੂੰ ਅਸੀਂ ਕਾਗਜ਼ ਸਾਰਿਆਂ ਦੇ ਫਾਈਲ ਕਰਨਾ। ਸਰ ਮੈਨੀਫੈਸਟੋ ਕੀ ਹੋਏਗਾ ਆਪਣਾ? ਮੈਨੀਫੈਸਟੋ ਅਸੀਂ ਸੁਝਾਅ ਮੰਗੇ ਹੋਏ ਜੀ ਹਰੇਕ ਵਾਰਡ ਤੋਂ, ਅਸੀਂ ਉਹਨੂੰ ਕੰਪਾਈਲ ਕਰ ਰਹੇ ਹਾਂ। ਆਪਣਾ ਜਿਹੜੇ ਪਾਣੀ ਦਾ ਮੇਨ ਮੁੱਦਾ ਹੈ ਜੀ, ਮਹਿੰਗਾਈ ਮੁੱਦਾ ਹੈ, ਸਫਾਈ ਦਾ ਮੁੱਦਾ ਹੈ ਤੇ ਟੈਕਸ ਦਾ ਮੁੱਦਾ ਹੈ। ਨਗਰ ਨਿਗਮ 'ਚ ਅਸੀਂ ਸਫਾਈ ਦੇ ਅੰਦਰ 66ਵੇਂ ਨੰਬਰ ਤੇ ਚਲੇ ਗਏ। ਡੰਪਿੰਗ ਗਰਾਊਂਡ ਦਾ ਮੁੱਦਾ ਹੈ, ਉਹ ਪਹਾੜ ਬਣਦਾ ਜਾ ਰਿਹਾ ਹੈ। ਪਾਣੀ ਦੇ ਰੇਟਾਂ ਤੇ ਆਰਜੀ ਤੌਰ ਤੇ ਰੋਕ ਰਾਈ ਹੋਈ ਹੈ। ਸੀਵਰ ਸੈਸ ਦਾ ਮੁੱਦਾ ਹੈ। ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣ ਲੜਾਂਗੇ। ਉੱਥੇ ਹੀ ਵਾਰਡ ਨੰਬਰ 24 ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਬੰਟੀ ਨੇ ਵੀ ਨਾਮਜ਼ਦਗੀ ਭਰੀ ਅਤੇ ਆਪਣੇ ਵਾਰਡ ਦੇ ਵਿੱਚ ਉਹਨਾਂ ਨੇ ਪ੍ਰਚਾਰ ਵੀ ਕੀਤਾ। ਹੁਣ ਇਹ ਵੇਖਣਾ ਹੋਵੇਗਾ ਕਿ ਨਾਮਜ਼ਦਗੀਆਂ ਭਰਨ ਵਾਲੇ ਇਹਨਾਂ ਉਮੀਦਵਾਰਾਂ ਦੇ ਵਿੱਚੋਂ ਕਿਸ ਦੀ ਕਿਸਮਤ ਚਮਕਦੀ ਹੈ ਅਤੇ ਕੌਣ ਆਪਣੇ ਇਲਾਕੇ ਦੇ ਵਿੱਚ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰ ਸਕੇਗਾ। ਜਗਬਾਣੀ ਟੀਵੀ ਲਈ ਚੰਡੀਗढ़ ਤੋਂ ਭਗਵਤ ਸਿੰਘ ਦੀ ਰਿਪੋर्ट। आज रात तक लेट फिर बैठेंगे या कल सवेर तक इसको भी हम 5 का जो हैं इसको कल जारी करते हैं। स्वाभाविक होता है जब उम्मीदवार ज़्यादा हों, 180 के करीब एप्लीकेशन हो, टिकटें सिर्फ 35 आदमियों को देनी है और सभी पार्टी में जब वरिष्ठ साथी हों और हर आदमी को उम्मीद होती है कि मुझे टिकट मिले और पार्टी की मजबूरी होती है कि किसी एक को देनी है बाकी रहेंगे, तो वो नाराज़गी तो होती है और हर बार होती है, वो नई थोड़ी हो रही है। इस बार हर बार होती है और हर बार हम उनको मनाने की कोशिश करते हैं। कुछ साथी मान जाते हैं, कुछ रूठ के घर बैठ जाते हैं। चला साहब बड़ा मुद्दा क्या होगा अगर पार्टी सत्ता में आ जाती है? मुद्दे बहुत हैं, एक मुद्दा नहीं है। सबसे पहले तो मैंने कहा कि जो पानी के रेट बेनतहा बढ़ाए हैं वापस होंगे, उसको करेंगे। भ्रष्टाचार पे हम लगाम लगाएंगे। इनके जो कामों ठेकों में हेराफेरी की गई है उसकी जांच करवाएंगे। सफाई कर्मचारियों में जो खा के पैसे भर्ती की गई, ट्रक ड्राइवरों में भर्ती के पैसे खाए गए, पाइपलाइन जो कजौली वाटर वर्क्स है वो 192 करोड़ का जो प्रोजेक्ट है उसको 300 करोड़ रुपया खर्च करने के बाद भी आज पूरा नहीं हुआ। ये सारी चीज़ों की जांच करवाएंगे। और जो भारतीय जनता पार्टी ने अपनी नाकामियाँ की वजह से आप ये सेंटर से पैसा नहीं ला पाए, लेकिन लोगों के ऊपर टैक्स जो थोप दिए हैं वो सब के सब उसी पुराने रेट पे हम लाने की कोशिश करेंगे। कि आप सबको मालूम है, आप कवर करते रहे हैं। जिस आदमी ने दिवाली वाले दिन सैनिटेशन कमेटी के चेयरमैन बनते हुए ही लॉयंस कंपनी के मालिकों को फ़ोन करके कहा था कि दिवाली के गिफ्ट भेजिए वरना मैं आपकी कंपनी की जांच करवा दूंगा, और सारा उसका जो ऑडियो है वो पुलिस को दी, CBI उसको विजिलेंस को दी और उसकी
लैब में से वॉइस टेस्टिंग हुई है, वो तक आवाज़ आ गई है कि वही थी। क्योंकि भारतीय जनता पार्टी का प्रशासन है, सरकार इनकी है, पुलिस इनकी है, एडमिनिस्ट्रेटर इनका था, आज तक कोई कार्रवाई नहीं हुई। उसको फिर टिकट दी गई? फिर टिकट दी गई उसको। ख्याल 22 नंबर वार्ड से आम आदमी पार्टी के चुनाव के लिए उम्मीदवार बनाया गया है, तो दातार कृपा करे कि जो मुझे जिम्मेवारी सौंपी गई है मैं उसे पूरा कर पाऊँ। मुझे डोर टू डोर जाने का मौका मिला, तो सब यहाँ एक मेजर प्रॉब्लम है कि पार्क्स मेंटेन नहीं है, डॉग्स की प्रॉब्लम है कि डॉग्स बहुत ज़्यादा हैं, रोड्स मेंटेन नहीं है। हमारे एरिया में हॉस्पिटल तो है लेकिन डिस्पेंसरी नहीं है, एक डिस्पेंसरी होनी चाहिए, कम्युनिटी सेंटर क्या प्रोविज़न होना चाहिए। तो ये मेजर प्रॉब्लम्स हैं, दातार कृपा करेगा कि इनको पूरा कर पाएँ। गल मौसम की कर लेने हैं। तो बीते कई दिनों तो धुप नहीं दिखी सी, तो अज इन्ने दिन बाद धुप देखने मिली। ठंड के इस मौसम के धुप ने लोगों को थोड़ी जी राहत दवाई। तापमान की जो गल की जाए तो अज वध तो तापमान 19.0 डिग्री सैल्सियस तो घट्टो घट्ट तापमान 14.1 डिग्री सैल्सियस दर्ज किया गया। तो इस बुलेटिन के पास नहीं, फिर होगी मुलाकात। सत श्री अकाल।